ਸਤਿ ਸ਼੍ਰੀ ਅਕਾਲ ਮੇਰੇ ਸਾਰੇ ਦੋਸਤੋ, ਕੀ ਹਾਲ ਨੇ ਜੀ। ਉਮੀਦ ਕਰਦਾ ਬਿਲਕੁਲ ਠੀਕ ਹੋਵੋਗੇ। ਤੇ ਅੱਜ ਆਪਣੇ ਲੱਗਣ ਜਾ ਰਿਹਾ ਪੋਲਿਟੀ ਦਾ ਲੈਕਚਰ ਨੰਬਰ 3। ਇਹਦੇ ਵਿੱਚ ਆਪਾਂ 3 ਲੈਕਚਰ ਕਵਰ ਕਰਾਂਗੇ ਇੱਕ ਲੈਕਚਰ ਦੇ ਵਿੱਚ, ਠੀਕ ਹੈ ਜੀ। ਜਿਵੇਂ ਪਿਛਲੀ ਵਾਰ ਫੰਡਾਮੈਂਟਲ ਰਾਈਟ ਦੇ ਘੱਟੋ ਘੱਟ 2-3 ਪਾਰਟਾਂ ਦੇ ਵਿੱਚ ਕੋਈ ਵੀ ਬੰਦਾ ਜਦੋਂ ਫੰਡਾਮੈਂਟਲ ਰਾਈਟ ਪੜ੍ਹਾਉਂਦਾ ਗਾ, ਉਹ 2 ਤੋਂ 3 ਲੈਕਚਰ ਲੱਗਦੇ ਆ ਉਹਦੇ ਸਹੀ ਮਾਇਨਿਆਂ ਦੇ ਵਿੱਚ। ਤੇ ਆਪਾਂ ਉਹੀ 1 ਘੰਟੇ ਦੇ ਵਿੱਚ ਕਵਰ ਕਰਤੀਆਂ ਸਾਰੀਆਂ ਚੀਜ਼ਾਂ। ਉਹੀ ਸੇਮ ਟੂ ਸੇਮ ਪ੍ਰੋਸੈਸ ਆਪਾਂ ਇਸ ਵਾਰ ਕਰਾਂਗੇ ਇਹ ਵੀਡੀਓ ਦੇ ਵਿੱਚ। ਇਹ ਵੀਡੀਓ ਦੇ ਵਿੱਚ ਤੁਹਾਨੂੰ ਬਹੁਤ ਸਾਰੇ ਟੌਪਿਕ ਤੁਹਾਡੇ ਮੈਂ ਕਵਰ ਕਰ ਜੂੰਗਾ। ਤੇ ਹੋ ਸਕਦਾ ਕਿ ਕੱਲ੍ਹ ਨੂੰ ਤੁਹਾਡੀ ਪੋਲਿਟੀ ਮੈਂ ਸਾਰੀ ਨਿਬੇੜਦਾ, ਕੱਲ੍ਹ ਤੁਹਾਡੀ ਪੋਲਿਟੀ ਸਾਰੀ ਨਿਬੜ ਜੂਗੀ, ਠੀਕ ਹੈ। ਜਿੰਨੇ ਵੀ ਮੈਂ ਕਰਵਾਏ ਹੋਏ ਹੈ ਅਤੇ ਇਹ ਤੁਹਾਨੂੰ ਮੈਂ ਮਤਲਬ ਇਹਦੇ ਵਿੱਚੋਂ ਹੀ ਆਪਰੇਸ਼ਨ ਬਣੂਗਾ, ਪੋਲਿਟੀ ਦੇ ਦੁਬਾਰਾ ਆਪਰੇਸ਼ਨ ਨਹੀਂ ਬਣਦਾ, ਠੀਕ ਹੈ। ਚਲੋ ਜੀ, ਅੱਜ ਆਪਾਂ ਗੱਲ ਕਰਦੇ ਹਾਂ DPSP ਬਾਰੇ। DPSP ਦੀ ਸਭ ਤੋਂ ਪਹਿਲਾਂ ਫੁੱਲ ਫਾਰਮ ਦੇਖ ਲਓ ਕੀ ਮਤਲਬ ਹੁੰਦਾ। ਡਾਇਰੈਕਟਿਵ ਪ੍ਰਿੰਸੀਪਲ ਆਫ ਸਟੇਟ ਪੋਲਿਸੀ। ਇਹ ਆ ਜਾਂਦੇ ਆਪਣੇ 35 ਤੋਂ ਲੈ ਕੇ 51 ਤੱਕ। ਕਿਹੜੇ ਭਾਗ ਦੇ ਵਿੱਚ ਆ ਜਾਂਦੇ? ਇਹ ਭਾਗ 4 ਦੇ ਵਿੱਚ ਆ ਜਾਂਦੇ ਆ, ਠੀਕ ਹੈ। ਇਹ ਗੱਲ ਯਾਦ ਰੱਖਣੀ ਹੈ ਕਿਸੇ ਵੀ ਬੱਚੇ ਨੇ। ਮਤਲਬ ਇਹ ਨਹੀਂ ਕਹਿਣਾ ਕਿ ਇਹ ਇੰਪੋਰਟੈਂਟ ਨਹੀਂ ਹੈਗਾ ਜਾਂ ਫਲਾਨਾ ਨਹੀਂ ਹੈਗਾ, ਬਸ ਸਿਰਫ ਇਹਦੇ 'ਚ ਮੈਂ ਤੁਹਾਨੂੰ ਸਿਰਫ ਬੇਸਿਕ ਚੀਜ਼ਾਂ ਕਰਵਾਊਂਗਾ ਜਿਹੜੀਆਂ ਇਹਦੇ ਵਿੱਚ ਪੁੱਛੀਆਂ ਜਾਂਦੀਆਂ ਹੁੰਦੀਆਂ। ਜਿਹੜੀਆਂ ਨਹੀਂ ਪੁੱਛੀਆਂ ਜਾਂਦੀਆਂ ਉਹ ਆਪਾਂ ਕਦੇ ਨਹੀਂ ਕਰਦੇ ਇਹਦੇ 'ਚ, ਠੀਕ ਹੈ। ਸਭ ਤੋਂ ਪਹਿਲੀ ਗੱਲ ਤਾਂ ਪਿਆ ਭਾਈ, ਇੱਕ ਆਪਰੇਸ਼ਨ ਕੀ ਬਣਨਾ ਹੈ ਕਿ ਇਹ DPSP ਹੈ। ਇੱਕ ਨਾ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦਿਆ ਕਰੋ ਯਾਰ। ਦੇਖੋ ਇਸ ਸੰਵਿਧਾਨ ਦੇ ਕਿਹੜੇ ਭਾਗ ਦੇ ਵਿੱਚ ਆਉਂਦਾ? DPSP ਹੈ ਜਿਹੜਾ ਡਾਇਰੈਕਟਿਵ ਪ੍ਰਿੰਸੀਪਲ ਆਫ ਸਟੇਟ ਪੋਲਿਸੀ। ਜਿਹੜੇ ਬੱਚੇ ਨੂੰ ਨਹੀਂ ਪਤਾ ਕਿ DPSP ਕੀ ਹੁੰਦਾ, ਇਸ ਤੋਂ ਪਹਿਲਾਂ ਮੈਂ ਜਿਹੜਾ ਪਹਿਲਾ ਲੈਕਚਰ ਲਾਇਆ ਫੰਡਾਮੈਂਟਲ ਰਾਈਟ, ਮੈਂ ਤੁਹਾਨੂੰ ਦੱਸਿਆ ਹੈਗਾ, ਉਹਦੇ ਵਿੱਚ ਤੁਹਾਨੂੰ DPSP ਬਾਰੇ ਵੀ ਮੈਂ ਸਮਝਾਇਆ ਹੋਇਆ ਸੀ। ਇਹ DPSP ਵੀ ਇੱਕ ਇਹੋ ਜਿਹੀ ਚੀਜ਼ ਹੈ ਜਿਹੜੀ ਆਪਾਂ ਜੇ ਨਾ ਵੀ ਮੰਨੀਏ ਤਾਂ ਆਪਣੇ 'ਤੇ ਕੋਈ ਕਾਰਵਾਈ ਨਹੀਂ ਹੁੰਦੀ, ਠੀਕ ਹੈ। ਇਹ ਵੀ ਮਤਲਬ ਕਹਿਣਾ ਮਤਲਬ ਕਿ ਕੋਰਟ ਦੇ ਅਧੀਨ ਨਹੀਂ ਜਾ ਸਕਦੀ। ਸਭ ਤੋਂ ਪਹਿਲੀ ਗੱਲ ਆਪਰੇਸ਼ਨ ਇਹਦੇ ਕੀ ਬਣੂਗਾ? ਜਿਹੜੀ DPSP ਹੈ ਇਹ ਸੰਵਿਧਾਨ ਦੇ ਕਿਹੜੇ ਭਾਗ ਦੇ ਵਿੱਚ ਆਉਂਦੀ ਹੈ? ਤਾਂ ਭਾਈ ਜਿਹੜੀ DPSP ਹੈ ਇਹ ਭਾਗ ਦੇ ਸੰਵਿਧਾਨ ਦੇ 4ਥੇ ਭਾਗ ਦੇ ਵਿੱਚ ਆਉਂਦੀ ਹੈ। ਦੂਸਰਾ ਆਪਰੇਸ਼ਨ ਇਹ ਤੋਂ ਇਹ ਬਣੂਗਾ ਕਿਹੜੇ ਤੇ ਕਿਹੜੇ ਆਰਟੀਕਲ ਦੇ ਵਿੱਚ ਹੁੰਦੀ ਹੈ? ਇਹ ਹੁੰਦੀ ਹੈ 36 ਤੋਂ ਲੈ ਕੇ 51 ਜਿਹੜਾ ਆਰਟੀਕਲ ਆ ਉਹਦੇ ਵਿੱਚ ਹੁੰਦੀ ਹੈ, ਠੀਕ ਹੈ। ਇਸ ਤੋਂ ਬਾਅਦ ਇਹ ਬੋਰੋ ਕਿੱਥੋਂ ਕੀਤਾ ਗਿਆ ਕਿ ਮਤਲਬ ਲੈਤਾ ਕਿਹੜੇ ਦੇਸ਼ ਤੋਂ ਗਿਆ? ਤਾਂ ਇਹ ਜਿਹੜਾ ਡਾਇਰੈਕਟਿਵ ਪ੍ਰਿੰਸੀਪਲ ਹੈ ਇਹ ਆਇਰਲੈਂਡ ਤੋਂ ਲੈਤਾ ਗਿਆ। ਆਇਰਲੈਂਡ ਨੂੰ ਆਪਾਂ ਆਇਰਿਸ਼ ਕੌਨਸਟੀਟਿਊਸ਼ਨ ਕਹਿ ਦਿੰਦੇ ਹਾਂ, ਠੀਕ ਹੈ। ਇਹ 'ਚ ਉਲਝਣਾ ਨਹੀਂ ਹੈਗਾ। ਹੁਣ ਆਇਰਲੈਂਡ ਤੋਂ ਲੈਤਾ ਗਿਆ ਡਾਇਰੈਕਟਿਵ ਪ੍ਰਿੰਸੀਪਲ ਆਫ ਸਟੇਟ ਪੋਲਿਸੀ। ਜੇ ਆਇਰਲੈਂਡ ਨਾ ਹੋਇਆ ਤਾਂ ਆਇਰਿਸ਼ ਹੋਇਆ ਤਾਂ ਇਹ ਵੀ ਸਹੀ ਆਨਸਰ, ਠੀਕ ਹੈ। ਦੋਨੇ ਆਨਸਰ ਸਹੀ ਮੰਨੇ ਜਾਣਗੇ। ਇਸ ਨੂੰ ਬਣਾਉਣ ਦਾ ਮਤਲਬ ਇਹ ਹੈ ਕਿ ਜੇਕਰ ਸਟੇਟ ਕੋਈ ਵੀ ਪੋਲਿਸੀ ਬਣਾਉਂਦੀ ਹੈ ਜਾਂ ਕੋਈ ਵੀ ਲਾਅ ਬਣਾਉਂਦੀ ਹੈ, ਇਸ ਦਾ ਧਿਆਨ ਰੱਖਣਾ ਪਵੇਗਾ, ਠੀਕ ਹੈ। ਇਹ ਕੋਈ ਇੰਪੋਰਟੈਂਟ ਗੱਲ ਹੈ ਨਹੀਂ। ਜਿਹੜੀ ਇੰਪੋਰਟੈਂਟ ਹੋਊ ਬਸ ਸਿਰਫ ਉਹ 'ਤੇ ਫੋਕਸ ਕਰਾਂਗੇ, ਕਿਉਂਕਿ ਆਪਣੇ ਕੋਲ ਇੰਨਾ ਟਾਈਮ ਹੈ ਨਹੀਂ ਕਿ ਆਪਾਂ ਡਾਕਟਰੀ ਕਰੀ ਚੱਲੀਏ ਇਹਦੇ 'ਚ। ਹੁਣ ਇਸ ਦੇ ਵਿਰੁੱਧ ਆਪਾਂ ਹਾਈ ਕੋਰਟ ਜਾਂ ਸੁਪਰੀਮ ਕੋਰਟ ਨਹੀਂ ਜਾ ਸਕਦੇ। ਆਹ ਆਪਰੇਸ਼ਨ ਕੰਮ ਦਾ ਪੁੱਛਿਆ ਜਾਊਗਾ ਕਿ DPSP ਦੇ ਵਿਰੁੱਧ ਦੇ ਵਿੱਚ ਆਪਾਂ ਹਾਈ ਕੋਰਟ ਜਾਂ ਸੁਪਰੀਮ ਕੋਰਟ ਜਾ ਸਕਦੇ ਹਾਂ। ਮੈਂ ਤੁਹਾਨੂੰ ਪਹਿਲਾਂ ਦੱਸਤਾ ਕਿ ਇਹ ਜੁਡੀਸ਼ਰੀ ਦੇ ਸਬਜੈਕਟ ਨਹੀਂ ਹੈਗਾ। ਇਹ ਜੁਡੀਸ਼ਰੀ ਦਾ ਸਬਜੈਕਟ ਨਹੀਂ ਹੈਗਾ। ਜੁਡੀਸ਼ਰੀ ਤੁਹਾਨੂੰ ਪਤਾ ਹੈ ਜੁਡੀਸ਼ਰੀ ਕੀ ਹੁੰਦੀ ਹੈ? ਜੁਡੀਸ਼ਰੀ ਨਿਆਂਪਾਲਿਕਾ, ਸੁਪਰੀਮ ਕੋਰਟ, ਹਾਈ ਕੋਰਟ, ਡਿਸਟ੍ਰਿਕਟ ਕੋਰਟ, ਇਹ ਸਾਰੇ ਜੁਡੀਸ਼ਰੀ ਦੇ ਵਿੱਚ ਆ ਜਾਂਦੇ ਆ। ਇਹਨੂੰ ਲੈ ਕੇ ਜੇ ਕੋਈ ਬੰਦਾ DPSP ਦੀ ਮਤਲਬ ਨਹੀਂ ਮੰਨਦਾ ਇਹਨੂੰ DPSP ਨੂੰ, ਤਾਂ ਇਹ 'ਤੇ ਕੋਈ ਵੀ ਜੁਡੀਸ਼ਰੀ ਦੇ ਆਧਾਰ 'ਤੇ ਕੋਈ ਵੀ ਸਜ਼ਾ ਨਹੀਂ ਮਿਲੂਗੀ, ਠੀਕ ਹੈ ਨਾ। ਇਹ ਪੁੱਛਿਆ ਜਾਊਗਾ DPSP ਦੇ ਵਿਰੁੱਧ ਆਪਾਂ ਹਾਈ ਕੋਰਟ ਜਾਂ ਸੁਪਰੀਮ ਕੋਰਟ ਜਾ ਸਕਦੇ ਜਾਂ ਆਪਾਂ ਜੁਡੀਸ਼ਰੀ ਦਾ ਸਬਜੈਕਟ ਹੈਗਾ ਇਹ, ਠੀਕ ਹੈ। ਐਂ ਦੇਖੋ ਆਪਰੇਸ਼ਨ ਤਾਂ ਇਹਦੇ ਵਿੱਚੋਂ ਹੀ ਬਣਨਗੇ ਜਿਹੜਾ ਤੁਹਾਨੂੰ ਮੈਂ ਕਰਵਾ ਰਿਹਾ। ਆਪਰੇਸ਼ਨ ਬਾਹਰ ਨਹੀਂ ਬਣਦਾ, ਪਰ ਥੋੜ੍ਹਾ ਜਿਹਾ ਉਲਝਾ ਕੇ ਪੁੱਛ ਸਕਦੇ ਆ। ਜਿਵੇਂ ਹੁਣ ਤੁਸੀਂ ਆਹ ਦੇਖ ਲਓ, ਜੇ ਉਹਨੇ ਪੁੱਛ ਲਿਆ ਕਿ ਇਹ ਕਿਹੜੇ ਸੰਵਿਧਾਨ ਜਿਹੜਾ DPSP ਹੈ ਇਹ ਕਿਤੋਂ ਲੈਤਾ ਗਿਆ, ਕਿਹੜੀ ਦੇਸ਼ ਦੇ ਕੌਨਸਟੀਟਿਊਸ਼ਨ ਤੋਂ ਲੈਤਾ ਗਿਆ। ਆਪਾਂ ਪੜ੍ਹ ਕੇ ਗਏ ਹੋਏ ਆਇਰਲੈਂਡ, ਉੱਥੇ ਆਇਰਲੈਂਡ ਦਾ ਕਿਤੇ ਆਪਾਂ ਨੂੰ ਦੱਸਿਆ ਨਹੀਂ, ਥੱਲੇ ਆਪਸ਼ਨ ਹੀ ਪਈ ਹੁੰਦਾ ਨਨ ਆਫ ਅਬਵ ਦੀ। ਅਤੇ ਆਪਾਂ ਆਇਰਿਸ਼ ਆਪਾਂ ਨੂੰ ਆਇਆ ਹੁੰਦਾ ਕਿ ਆਇਰਿਸ਼ ਤਾਂ ਆ ਹੀ ਨਹੀਂ ਸਕਦਾ। ਤਾਂ ਕਰਕੇ ਇਹ ਚੀਜ਼ਾਂ ਹੁੰਦੀਆਂ ਕਿ ਬਸ ਇੱਥੇ ਮਾਰ ਖਾਊਗਾ ਜੇ ਕੋਈ ਬੱਚਾ ਖਾਏ, ਹੋਰ ਕਿਸੇ ਥਾਂ 'ਤੇ ਮਾਰ ਨਹੀਂ ਖਾਂਦਾ, ਠੀਕ ਹੈ। ਦੂਸਰਾ, ਇਸ ਨੂੰ ਸੁਪਰੀਮ ਕੋਰਟ ਜਾਂ ਹਾਈ ਕੋਰਟ ਨਹੀਂ ਜਾ ਸਕਦੇ ਕਿਉਂਕਿ ਇਸ ਨੂੰ ਨੌਨ ਜਸਟੀਬਲ ਵੀ ਕਿਹਾ ਗਿਆ ਹੈ, ਠੀਕ ਹੈ ਜੀ। ਇਸ ਤੋਂ ਬਾਅਦ ਆ ਗਿਆ ਆਪਣੇ ਕੋਲ ਵੈਲਫੇਅਰ ਦੇ ਸਾਰੇ ਕੰਮ ਇਹਦੇ ਵਿੱਚ ਆਉਂਦੇ ਹਨ। ਆਪਰੇਸ਼ਨ ਨੰਬਰ ਆਹ ਸਭ ਤੋਂ ਜ਼ਿਆਦਾ ਇੰਪੋਰਟੈਂਟ ਆਪਰੇਸ਼ਨ ਬਣੂਗਾ, ਵੈਰੀ ਵੈਰੀ ਇੰਪੋਰਟੈਂਟ। ਇਹ ਪੁੱਛ ਲਿਆ ਕਿ ਵੈਲਫੇਅਰ ਨਾਲ ਰਿਲੇਟਡ ਕੰਮ ਕਿਹੜੇ ਪਾਰਟ ਦੇ ਵਿੱਚ ਆਉਂਦੇ ਆ? ਪਾਰਟ ਨੰਬਰ 3 ਦੇ ਵਿੱਚ ਆਉਂਦੇ ਆ। ਕਿਹੜੇ ਜਿੱਕੀ ਵੀ ਨਾਂ ਲਿਖਦੇ ਨੇ ਫੰਡਾਮੈਂਟਲ ਡਿਊਟੀ, ਫੰਡਾਮੈਂਟਲ ਰਾਈਟ, ਉੱਥੇ ਤੁਸੀਂ ਲਿਖਣਾ DPSP ਦੇ ਵਿੱਚ ਆਉਂਦੇ ਆ, ਠੀਕ ਹੈ। ਅਤੇ ਜਿਹੜਾ DPSP ਨੂੰ ਕਿੰਨੇ ਭਾਗਾਂ ਦੇ ਵਿੱਚ ਵੰਡਿਆ ਹੋਇਆ ਹੈ? ਸਭ ਤੋਂ ਮੇਨ ਆਪਰੇਸ਼ਨ ਤਾਂ ਇਹੀ ਬਣੂਗਾ ਕਿ ਜਿਹੜਾ ਡਾਇਰੈਕਟਿਵ ਪ੍ਰਿੰਸੀਪਲ ਆਫ ਸਟੇਟ ਪੋਲਿਸੀ ਜਿਹੜੀ ਆਪਣੇ ਭਾਗ 3 ਦੇ ਵਿੱਚ ਆਉਂਦੀ ਹੈ, ਜਿਹੜੀ 36 ਤੋਂ ਲੈ ਕੇ 51 ਤੱਕ ਹੈਗੀ। ਤਾਂ ਇਹ DPSP ਨੂੰ ਕਿੰਨੇ ਭਾਗਾਂ ਦੇ ਵਿੱਚ ਵੰਡਿਆ ਗਿਆ? ਇਹਨੂੰ 3 ਭਾਗਾਂ ਦੇ ਵਿੱਚ ਵੰਡਿਆ ਗਿਆ। ਪਹਿਲਾ ਆਪਰੇਸ਼ਨ ਤਾਂ ਇਹੀ ਬਣੂਗਾ, ਕਿਹੜੇ ਭਾਗਾਂ ਦੇ ਵਿੱਚ ਵੰਡਿਆ ਗਿਆ? 3 ਭਾਗਾਂ ਦੇ ਵਿੱਚ ਵੰਡਿਆ ਗਿਆ। ਦੂਸਰਾ ਆਪਰੇਸ਼ਨ ਕੀ ਬਣੂਗਾ? ਇੱਥੇ ਤੁਹਾਨੂੰ ਇੱਕ ਚੀਜ਼ ਹੋਰ ਦੇ ਦੇਣਗੇ, ਪੁੱਛਣਗੇ ਕਿ ਇਹਨਾਂ ਦੇ ਵਿੱਚੋਂ ਕਿਹੜਾ DPSP ਦਾ ਇੱਕ ਭਾਗ ਨਹੀਂ ਹੈਗਾ, ਠੀਕ ਹੈ। ਤਾਂ ਆਹ ਯਾਦ ਕਰ ਲਓ। ਸਭ ਤੋਂ ਪਹਿਲਾਂ ਸੋਸ਼ਲਿਸਟ ਪ੍ਰਿੰਸੀਪਲ ਆ ਜਾਂਦੇ ਇਹਦੇ ਵਿੱਚ।
दूसरे गांधीयन आ जाते हैं, तीसरा लाइवलीर इंटैक्चुअल प्रिंसीपल आ जाते हैं। ठीक है, बस सीधा डायरैक्ट ही याद कर लो, होर कोई याद करने की लोड़ नहीं। सोशलिस्ट के की चीज़ां आ जाती हैं। सोशलिस्ट प्रिंसीपल इस विच समाजवादी धारा आ जाती है। इस विच हेठ लिखे आर्टिकल आते हैं, आर्टिकल भावें याद ना करो। ठीक है, जो कोई कैंडीडेट कर सकता तो बड़ी वधिया गल है, जो कोई नहीं कर सकता तो रहन दो। ठीक है, सोशलिस्ट प्रिंसीपल दे विच किहड़े आ जाते हैं, ये समाजवादी धारा हैगी। समाज को लेकर सोशल काम नहीं कहने, सोशल काम समाजवादी काम पूछा जा सकता है कि ये समाजवादी काम है किहड़े प्रिंसीपल दे विच आउंदे, ये सोशलिस्ट प्रिंसीपल दे विच आउंदे है। ठीक है, आ भावें तुसीं याद ना करो, आपां मेन याद कर लैंदे हैं। जिवें आर्टिकल 38 ਇਹਦੇ ਵਿੱਚ ਕੀ ਆ ਜਾਂਦਾ, ਇਸ ਰਾਜ ਨੂੰ ਇਹ ਨਿਰਦੇਸ਼ ਦਿੰਦਾ ਹੈ ਕਿ ਵੈਲਫੇਅਰ ਦੇ ਕੰਮਾਂ ਨੂੰ ਪ੍ਰਮੋਟ ਕਰੋ। ਠੀਕ ਹੈ, ਆਰਟੀਕਲ 38 ਦੇ ਵਿੱਚ ਕੀ ਲਿਖਿਆ ਹੋਇਆ ਹੈਗਾ, ਆਰਟੀਕਲ 38 ਦੇ ਵਿੱਚ ਇਹ ਲਿਖਿਆ ਹੋਇਆ ਹੈਗਾ ਭਾਈ ਜਿਹੜੇ ਵੈਲਫੇਅਰ ਦੇ ਕੰਮ ਹੈ, ਸਮਾਜ ਭਲਾਈ ਵਾਲੇ ਕੰਮ ਹੈ, ਜੇ ਕੋਈ ਬੰਦਾ ਕਰਦਾ ਉਹਨੂੰ ਤੁਸੀਂ ਸਪੋਰਟ ਕਰੋ। ਠੀਕ ਹੈ, ਜੇ ਤੁਸੀਂ ਸਪੋਰਟ ਨਾ ਵੀ ਕਰੋਗੇ, ਕੋਈ ਇਹਦਾ ਕੋਈ ਦੋ ਰਾਏ ਨਹੀਂ ਹੈਗੀ, ਸਿਰਫ ਇਹ ਤਾਂ ਆਪਾਂ ਇੱਕ ਚੰਗਾ ਵਿਖਾਵਾ ਦਿਖਾਉਣ ਵਾਸਤੇ ਸਮਾਜ ਨੂੰ ਇਹ ਚੀਜ਼ ਬਣਾਈ ਗਈ ਹੈ। ਠੀਕ ਹੈ, ਕੀ ਮਤਲਬ ਹੈ ਇਹਦਾ, ਆਰਟੀਕਲ 38 ਦੇ ਵਿੱਚ ਕੀ ਲਿਖਿਆ ਹੋਇਆ, ਇਸ ਰਾਜ ਨੂੰ ਨਿਰਦੇਸ਼ ਦਿੰਦਾ ਹੈ ਕਿ ਵੈਲਫੇਅਰ ਦੇ ਕੰਮਾਂ ਨੂੰ ਪ੍ਰਮੋਟ ਕੀਤਾ ਜਾਵੇ। ਆਰਟੀਕਲ 39 ਦੇ ਵਿੱਚ ਕੀ ਹੁੰਦਾ, ਇਸ ਵਿੱਚ ਇਹ ਕਿਹਾ ਗਿਆ ਹੈ ਕਿ ਜੋ ਵੀ ਸਾਰੇ ਨਾਗਰਿਕਾਂ ਦੇ ਜਿਉਂਦੇ ਰਹਿਣ ਦੇ ਅਧਿਕਾਰ ਪ੍ਰਾਪਤ ਕਰਨ ਦਾ ਹੱਕ ਹੈ। ਠੀਕ ਹੈ, ਜਿਹੜਾ ਵੀ ਨਾਗਰਿਕ ਜਿਉਂਦਾ, ਠੀਕ ਹੈ, ਉਹਨੂੰ ਸਾਰੇ ਅਧਿਕਾਰ ਮਿਲਣੇ ਚਾਹੀਦੇ ਹਨ। ਇਹ ਲਿਖਿਆ ਹੋਇਆ ਆਰਟੀਕਲ 39 ਦੇ ਵਿੱਚ। ਆਹ ਸਭ ਤੋਂ ਜ਼ਿਆਦਾ ਇੰਪੋਰਟੈਂਟ ਹੈ, ਇਹ ਜ਼ਰੂਰ ਯਾਦ ਕਰ ਲਿਓ। 39A, ਔਰਤਾਂ ਅਤੇ ਮਰਦਾਂ ਨੂੰ ਇੱਕੋ ਜਿਹੀ ਤਨਖਾਹ ਦਿੱਤੀ ਜਾਵੇ। ਬੱਚਿਆਂ ਦਾ ਦੁਰਉਪਯੋਗ ਤੇ ਵੀ ਗੈਰ ਕਾਨੂੰਨੀ ਲਿਖਣਾ ਸੀ, ਹੋਣੀ ਚਾਹੀਦੀ ਹੈ। ਬੱਚਿਆਂ ਨੂੰ ਸਿਹਤਮੰਦ ਲਈ ਪੋਸ਼ਣ ਦੇਣਾ। ਠੀਕ ਹੈ, ਸਭ ਤੋਂ ਮੇਨ ਹੈਗਾ ਆਰਟੀਕਲ 40, ਗ੍ਰਾਮ ਪੰਚਾਇਤਾਂ ਦਾ ਸੰਗਠਨ। ਗ੍ਰਾਮ ਪੰਚਾਇਤਾਂ ਦਾ ਸੰਗਠਨ ਕਿਹੜੇ ਆਰਟੀਕਲ ਦੇ ਵਿੱਚ ਆਉਂਦਾ, ਆਰਟੀਕਲ 40 ਦੇ ਵਿੱਚ ਤਾਂ ਸਿਰਫ ਇਹ ਦੱਸਿਆ ਗਿਆ ਹੈਗਾ ਕਿ ਗ੍ਰਾਮ ਪੰਚਾਇਤਾਂ ਦਾ ਸੰਗਠਨ ਹੋਣਾ ਲਾਜ਼ਮੀ ਹੈ। ਠੀਕ ਹੈ, ਬਸ ਇੰਨਾ ਯਾਦ ਕਰ ਲਓ। ਆਰਟੀਕਲ 41 ਭਾਵੇਂ ਯਾਦ ਨਾ ਕਰਿਓ, ਛੱਡ ਦਿਓ। ਕੁਝ ਹਾਲਾਤਾਂ ਦੇ ਵਿੱਚ ਕੰਮ ਸਿੱਖਿਆ ਦੇ ਲੋਕਾਂ ਦੀ ਸਹਾਇਤਾ ਪਾਉਣ ਦਾ ਅਧਿਕਾਰ। ਵਰਕਰ ਕੰਮ ਕਰਨ ਲਈ ਕੰਡੀਸ਼ਨ ਬਿਲਕੁਲ ਸਹੀ ਹੋਵੇ ਤਾਂ ਜੋ ਸਿਹਤ 'ਤੇ ਕੋਈ ਫਰਕ ਨਾ ਪਵੇ। ਠੀਕ ਹੈ, ਇਹ ਵੀ ਯਾਦ ਕਰ ਲਿਓ। ਚਲੋ, ਅਤੇ ਸਾਰੇ ਕਰਮਚਾਰੀਆਂ ਨੂੰ ਇੱਕ ਵਧੀਆ ਮਜ਼ਦੂਰੀ ਅਤੇ ਤਨਖਾਹ ਮਿਲੇ। ਆਰਟੀਕਲ 43 ਆ ਗਿਆ। ਆਹ ਯਾਦ ਕਰ ਦਿਓ। 44ਵਾਂ, ਸਾਰੇ ਨਾਗਰਿਕਾਂ ਲਈ ਯੂਨੀਫਾਰਮ ਸਿਵਲ ਕੋਡ ਹੋਵੇ, ਭਾਵ ਕਿ ਇੱਕੋ ਜਿਹੇ ਰੂਲ ਹੋਣ। ਆਹ ਇੰਪੋਰਟੈਂਟ ਹੈ। ਠੀਕ ਹੈ, 46ਵਾਂ, ਅਨੁਸੂਚਿਤ ਜਾਤੀਆਂ ਅਤੇ ਹੋਰ ਗਰੀਬ ਲੋਕਾਂ ਲਈ ਉਹਨਾਂ ਨੂੰ ਸਿੱਖਿਆ ਦੇ ਹੋਰ ਹਿੱਤਾਂ ਲਈ ਵੀ ਰੱਖਿਆ ਕੀਤਾ ਜਾਵੇ। ਜਿਹੜਾ ਆਰਟੀਕਲ ਆਪਣਾ 21 ਨਹੀਂ ਹੈਗਾ, ਜਿਹਦੇ ਵਿੱਚ ਲਿਖਿਆ ਗਿਆ ਕਿ 14 ਸਾਲ ਤੱਕ ਬੱਚਿਆਂ ਨੂੰ ਫਰੀ ਪੜ੍ਹਾਈ ਕਰਵਾਉਣੀ ਹੈ, ਆਪਾਂ ਆਰਟੀਕਲ 21 ਦੇ ਵਿੱਚ ਲਿਖੀ ਗਈ ਇਹ ਚੀਜ਼ ਹੈ, ਉਹੀ ਸੇਮ ਟੂ ਸੇਮ ਆਰਟੀਕਲ 46 ਦੇ ਵਿੱਚ ਆ ਜਾਂਦੀ ਹੈ। ਠੀਕ ਹੈ, ਆਰਟੀਕਲ 47 ਦੇ ਵਿੱਚ ਇਸ ਤਰ੍ਹਾਂ ਦੇ ਨਸ਼ੇ ਤੋਂ ਸਿਹਤ ਨੂੰ ਨੁਕਸਾਨ ਪਹੁੰਚਾਉਂਦੇ ਹਨ, ਉਹਨਾਂ ਦੇ ਸਟੋਕ ਲਗਾਈ ਜਾਵੇ। ਆਰਟੀਕਲ 47 ਦੀ ਲਿਖਿਆ ਹੈ ਕਿ ਜਿਹੜਾ ਕੋਈ ਬੰਦਾ ਜਿਹੜੇ ਸਰੀਰ ਨੂੰ ਨੁਕਸਾਨ, ਨਸ਼ਾ ਤਾਂ ਵੈਸੇ ਕੋਈ ਵੀ ਸਰੀਰ ਨੂੰ ਨੁਕਸਾਨ ਹੀ ਪਹੁੰਚਾਉਂਦਾ ਹੈਗਾ। ਇਸ ਤੋਂ ਬਾਅਦ 48 ਆ ਗਿਆ, ਪਸ਼ੂ ਪਾਲਣ ਅਤੇ ਖੇਤੀਬਾੜੀ ਦਾ ਸੰਗਠਨ। ਇਹ ਵੀ ਕਹਿੰਦੇ ਜਾ ਜਾਂਦਾ 48 ਦੇ ਵਿੱਚ। ਜਿਹੜਾ ਬੈਸਟ ਹੁਣ ਤੱਕ ਦਾ ਸਭ ਤੋਂ ਇੰਪੋਰਟੈਂਟ ਪੁਆਇੰਟ ਹੈ, ਜਿਹੜਾ ਪੇਪਰ ਦੇ ਵਿੱਚ ਹਰ ਵਾਰ ਪੁੱਛਿਆ ਜਾਂਦਾ, ਉਹ ਹੈਗਾ ਇਹ 48A, ਵਾਤਾਵਰਨ ਨੂੰ ਸਾਫ਼ ਰੱਖਣਾ, ਰੁੱਖ ਲਗਾ ਕੇ ਅਤੇ ਜੀਵਾਂ ਦੀ ਰੱਖਿਆ ਕਰਨੀ, ਪ੍ਰੋਟੈਕਸ਼ਨ ਆਫ ਇਨਵਾਇਰਮੈਂਟ। ਇਹ ਆ ਜਾਂਦਾ ਆਪਣਾ 48A ਦੇ ਵਿੱਚ। ਇਹ ਸਭ ਤੋਂ ਜ਼ਿਆਦਾ ਇੰਪੋਰਟੈਂਟ ਹੈ ਜਿੰਨੇ ਵੀ ਹੁਣ ਤੱਕ ਪੜ੍ਹ ਕੇ ਗਏ ਆਪਾਂ DPSP ਦੇ ਰੂਲ। ਠੀਕ ਹੈ, ਇਸ ਤੋਂ ਬਾਅਦ ਆਰਟੀਕਲ 49 ਦੇਖ ਲਓ, ਰਾਸ਼ਟਰੀ ਸਥਾਨ, ਇਮਾਰਤਾਂ ਅਤੇ ਹੋਰ ਚੀਜ਼ਾਂ ਜਿਨ੍ਹਾਂ ਦਾ ਇਤਿਹਾਸ ਵਜੋਂ ਮਹੱਤਵ ਹੈ, ਉਹਨਾਂ ਨੂੰ ਬਚਾਇਆ ਜਾਵੇ। ਜਿਵੇਂ ਕਿ ਤੁਸੀਂ ਦੇਖਿਆ ਹੋਊਗਾ, ਆਪਣਾ ਲਾਲ ਕਿਲ੍ਹਾ ਹੋ ਗਿਆ, ਤਾਜ ਮਹਿਲ ਹੋ ਗਿਆ, ਚੰਡੀਗੜ੍ਹ ਰੌਕ ਗਾਰਡਨ ਹੋ ਗਿਆ। ਜਦੋਂ ਆਪਾਂ ਕਿਤੇ ਜਾਂਦੇ ਹਾਂ, ਉਹ ਆਪਣੀ ਪਰਚੀ ਲੈਂਦੇ ਆ। ਠੀਕ ਹੈ, ਪਰਚੀ ਕੱਟਦੇ ਆਪਣੀ। ਉਹ ਪਰਚੀ ਕੱਟਣ ਦੇ ਵਿੱਚ ਆਪਣਾ ਫਾਇਦਾ ਹੈਗਾ, ਨਾਲੇ ਜਿਹੜੀ ਚੀਜ਼ ਆਪਾਂ ਦੇਖਣ ਜਾਂਦੇ ਹਾਂ ਉਹਨਾਂ ਦਾ ਫਾਇਦਾ, ਅਤੇ ਜਿਹੜੇ ਉੱਥੇ ਨਾਲੇ ਮੁਲਾਜ਼ਮ ਕੰਮ ਕਰਦੇ ਉਹਨਾਂ ਦਾ ਫਾਇਦਾ। ਉਹਦਾ ਕੀ ਹੁੰਦਾ ਹੈਗਾ, ਨਾਲੇ ਤਾਂ ਅਗਲਾ ਸਾਫ਼ ਸਫਾਈ ਖੁੱਲ੍ਹੀ ਰੱਖਦਾ ਹੈ, ਨਾਲੇ ਉੱਥੇ ਮੁਲਾਜ਼ਮ ਜਿਹੜੇ ਲੱਗੇ ਰਹਿੰਦੇ ਉਹਨਾਂ ਨੂੰ ਰੁਜ਼ਗਾਰ ਮਿਲ ਜਾਂਦਾ। ਠੀਕ ਹੈ, ਤਾਂ ਇਹੀ ਕਿਹਾ ਕਿ ਜਿਹੜੀਆਂ ਵੀ ਆਪਣੀ ਰਾਸ਼ਟਰੀ ਸਥਾਨ ਹੈ, ਉਹਨਾਂ ਨੂੰ ਮਤਲਬ ਇੱਕ ਵਿਸ਼ੇਸ਼ ਮਹੱਤਵ ਵਜੋਂ ਬਚਾਇਆ ਜਾਵੇ। ਤਾਂ ਇਹ ਆਰਟੀਕਲ 49 ਦੇ ਵਿੱਚ ਆ ਜਾਂਦਾ ਹੈ। ਆਰਟੀਕਲ 50 ਦੇ ਵਿੱਚ ਨਿਆਂਪਾਲਿਕਾ ਅਤੇ ਐਗਜ਼ੀਕਿਊਟਿਵ ਦੋਵੇਂ ਅਲੱਗ-ਅਲੱਗ ਹੋਣ। ਠੀਕ ਹੈ, ਨਿਆਂਪਾਲਿਕਾ ਤੁਸੀਂ ਸਮਝਦੇ ਹੋ, ਕਹਿਣ ਦਾ ਮਤਲਬ ਕਿ ਜੁਡੀਸ਼ਰੀ ਅਤੇ ਐਕਸੀਕਿਊਟਿਵ ਕਿਹੜੇ ਆ ਗਏ, ਜਿਹੜੇ ਆਪਣੇ ਮੰਤਰੀ ਸ਼ੰਤਰੀ ਆ ਗਏ, ਸਾਰੇ ਸੰਸਦ ਆ ਗਈ। ਠੀਕ ਹੈ, MLA MP ਉਹ ਆ ਗਏ ਐਕਸੀਕਿਊਟਿਵ ਦੇ ਵਿੱਚ। ਕਿ ਜੁਡੀਸ਼ਰੀ ਅਤੇ ਐਕਸੀਕਿਊਟਿਵ ਇਹ ਦੋਨਾਂ ਦਾ ਅਲੱਗ-ਅਲੱਗ ਹੋਣਾ ਚਾਹੀਦਾ। ਕਿ ਇਹ ਨਹੀਂ ਹੋਣਾ ਚਾਹੀਦਾ ਕਿ ਜਿਵੇਂ ਕੋਈ ਮੰਤਰੀ ਹੈ, ਉਹਦੀ ਕਿਸੇ ਬੰਦੇ ਨਾਲ ਬਣਦੀ ਨਹੀਂ ਹੈਗੀ, ਉਹ ਜਾ ਕੇ ਹਾਈ ਕੋਰਟ ਦੇ ਜਾਂ ਸੁਪਰੀਮ ਕੋਰਟ ਦੇ ਵਿੱਚ ਜਾ ਕੇ ਕਹਿੰਦੇ ਯਾਰ ਆਹ ਬੰਦੇ ਨਾਲ ਵੀ ਸਾਡੀ ਬਣਦੀ ਨਹੀਂ ਹੈਗੀ ਅਤੇ ਇਹਨੂੰ ਆਹ ਸਜ਼ਾ ਦੇ ਦੇ। ਠੀਕ ਹੈ, ਤਾਂ ਕਰਕੇ ਵੈਸੇ ਕਹਿ ਰਹੇ ਹੈ ਕਿ ਐਕਸੀਕਿਊਟਿਵ ਅਤੇ ਜੁਡੀਸ਼ਰੀ ਨੂੰ ਅਲੱਗ-ਅਲੱਗ ਹੋਣਾ ਚਾਹੀਦਾ, ਪਰ ਮੈਨੂੰ ਤਾਂ ਕੋਈ ਲੱਗ ਨਹੀਂ ਰਿਹਾ ਹੈਗੀ, ਅਲੱਗ ਹੈਗੀ ਹੈ। ਠੀਕ ਹੈ, ਇਕੱਠੀ ਕੰਮ ਆ ਸਾਰਿਆਂ ਦਾ। ਅਤੇ ਆਰਟੀਕਲ 51 ਦੇ ਵਿੱਚ ਆ ਜਾਂਦਾ ਅੰਤਰਰਾਸ਼ਟਰੀ ਸ਼ਾਂਤੀ ਅਤੇ ਸੁਰੱਖਿਆ ਵਧਾਉਣਾ। ਬਸ ਠੀਕ ਹੈ, DPSP ਦੇ ਵਿੱਚ ਇੰਨੀਆਂ ਚੀਜ਼ਾਂ ਸੀ। ਦੁਬਾਰੇ ਫੇਰ ਦੇਖ ਲਓ, DPSP ਤੋਂ ਪਹਿਲਾ ਆਪਰੇਸ਼ਨ ਦਾ ਬਣਨਾ ਆਹ, ਦੂਸਰਾ ਬਣਨਾ ਆਹ, ਤੀਸਰਾ ਬਣਨਾ ਆਹ। ਠੀਕ ਹੈ, 1 2
3 ਆਪਰੇਸ਼ਨ ਬਣ ਗਏ। ਚੌਥਾ ਆਪਰੇਸ਼ਨ ਬਣ ਗਿਆ ਆਹ। ਪੰਜਵਾਂ ਇਹ ਬਣ ਗਿਆ ਕਿ ਨੌਨ ਜਸਟੀਬਲ। ਪੁੱਛਿਆ ਜਾ ਸਕਦਾ ਜਸਟੀਬਲ ਹੈ ਕਿ ਨੌਨ ਜਸਟੀਬਲ ਹੈ, ਤਾਂ ਇਹ ਨੌਨ ਜਸਟੀਬਲ ਹੈਗਾ। ਕਿੰਨੇ ਭਾਗ ਹੁੰਦੇ ਆ? ਇੱਕ ਆਪਰੇਸ਼ਨ ਆ ਬਣ ਗਿਆ, ਇੱਕ ਆਪਰੇਸ਼ਨ ਆ ਬਣ ਗਿਆ। ਠੀਕ ਹੈ, ਆਹ ਆਰਟੀਕਲ ਯਾਦ ਕਰ ਲਿਓ। ਠੀਕ ਹੈ, 38 39 ਜਿਹੜੇ ਵੀ ਯਾਦ ਹੁੰਦੇ, ਜਿੰਨੇ ਹੁੰਦੇ ਜ਼ਿਆਦਾ ਕਰ ਲਿਓ। ਪਰ ਜਿਹੜੇ ਮੇਨ 48 ਤਾਂ ਤੁਸੀਂ ਭੁੱਲ ਕੇ ਵੀ ਨਹੀਂ ਛੱਡ ਕੇ ਆਉਣਾ। 48 ਠੀਕ ਹੈ, ਅਤੇ 49 48 49 ਅਤੇ 51 ਆਹ ਸਾਰੀ ਕਰ ਲਿਓ। 48 49 50 51 ਇਹ ਤਾਂ ਚਾਰੇ ਜਮ੍ਹਾਂ ਨਹੀਂ ਛੱਡਣੇ। ਠੀਕ ਹੈ, ਇਹਨਾਂ 'ਚੋਂ ਕਿਤੋਂ ਵੀ ਪ੍ਰਸ਼ਨ ਪੁੱਛਿਆ ਜਾ ਸਕਦਾ ਗਾ। ਠੀਕ ਹੈ, ਇਹਨਾਂ ਨਾਲ ਅੱਜ ਆਪਣਾ ਕੀ ਹੋ ਗਿਆ, DPSP ਕੰਪਲੀਟ ਹੋ ਗਿਆ। ਹੁਣ ਆਪਾਂ ਚੱਲਦੇ ਹਾਂ ਅਗਲੇ ਲੈਕਚਰ 'ਤੇ। ਆਹ ਦੇਖੋ ਜੀ, ਆਹ ਆ ਗਿਆ ਹੁਣ ਆਪਣਾ ਅਗਲਾ ਪਾਰਟ। ਇਹਦੇ ਵਿੱਚ ਆ ਗਿਆ ਫੰਡਾਮੈਂਟਲ ਡਿਊਟੀਜ਼। ਠੀਕ ਹੈ, ਫੰਡਾਮੈਂਟਲ ਡਿਊਟੀਜ਼ ਜਿਹਨੂੰ ਆਪਾਂ ਕਹਿੰਦੇ ਨੇ ਮੌਲਿਕ ਕਰਤੱਵ। ਠੀਕ ਹੈ, ਇਹਨੂੰ ਕਿਹਾ ਜਾਂਦਾ ਗਾ ਮੌਲਿਕ ਕਰਤੱਵ। ਬੱਚੇ ਹੁਣ ਇਹਨਾਂ ਦੋ ਚੀਜ਼ਾਂ 'ਚ ਬੜਾ ਉਲਝਦੇ, ਇੱਕ ਫੰਡਾਮੈਂਟਲ ਰਾਈਟ, ਇੱਕ ਫੰਡਾਮੈਂਟਲ ਡਿਊਟੀ। ਜਿਹੜਾ ਤਾਂ ਫੰਡਾਮੈਂਟਲ ਰਾਈਟ ਹੋ ਗਿਆ ਉਹਨੂੰ ਤਾਂ ਕਹਿੰਦੇ ਆਪਾਂ ਮੌਲਿਕ ਅਧਿਕਾਰ। ਠੀਕ ਹੈ, ਇਹਨਾਂ 'ਚ ਉਲਝ ਨਾ ਜਾਇਓ। ਠੀਕ ਹੈ, ਇਹ ਆਉਂਦੇ ਆ ਆਪਣੇ ਭਾਗ 4A ਦੇ ਵਿੱਚ। ਇਹ ਗੱਲ ਯਾਦ ਰੱਖਣਾ, ਇੱਕ ਕੰਪੀਟੀਸ਼ਨ ਡਾਇਰੈਕਟ ਇੱਥੇ ਬਣੂਗਾ। ਜਿਹੜੇ ਫੰਡਾਮੈਂਟਲ ਡਿਊਟੀਆਂ ਇਹ ਸੰਵਿਧਾਨ ਦੇ ਕਿਹੜੇ ਪਾਰਟ ਦੇ ਵਿੱਚ ਆਉਂਦੀਆਂ? 4A ਦੇ ਵਿੱਚ ਆਉਂਦੀਆਂ। ਠੀਕ ਹੈ, ਹੁਣ ਚੱਲਦੇ ਆਪਾਂ ਪ੍ਰਸ਼ਨ 'ਤੇ। ਫੰਡਾਮੈਂਟਲ ਡਿਊਟੀਆਂ ਨੂੰ ਹੀ ਮੌਲਿਕ ਅਧਿਕਾਰ ਕਿਹਾ ਜਾਂਦਾ ਹੈਗਾ, ਮੌਲਿਕ ਕਰਤੱਵ ਕਿਹਾ ਜਾਂਦਾ। ਠੀਕ ਹੈ, ਇਹ ਮੌਲਿਕ ਕਰਤੱਵ ਸਰਦਾਰ ਸਵਰਨ ਸਿੰਘ ਕਮੇਟੀ ਦੁਆਰਾ ਬਣਾਏ ਗਏ ਸਨ। ਪ੍ਰਸ਼ਨ ਮੇਨ ਤਾਂ ਇੱਥੇ ਬਣ ਗਿਆ। ਠੀਕ ਹੈ, ਮੇਨ ਪ੍ਰਸ਼ਨ ਇੱਥੇ ਬਣ ਗਿਆ ਕਿ ਜਿਹੜੇ ਆਪਣੇ ਮੌਲਿਕ ਕਰਤੱਵ ਸੀ ਇਹ ਕਿਹੜੀ ਕਮੇਟੀ ਦੁਆਰਾ ਬਣਾਏ ਗਏ ਸੀ? ਇਹ ਬਣਾਏ ਗਏ ਸੀ ਸਵਰਨ ਸਿੰਘ ਕਮੇਟੀ ਦੁਆਰਾ। ਇਹ ਗੱਲ ਜਮਾਂ ਨਹੀਂ ਭੁੱਲਣੀ, ਪੁੱਛਿਆ ਜਾ ਸਕਦੀ। ਫੰਡਾਮੈਂਟਲ ਡਿਊਟੀ ਕਿਹੜੀ ਕਮੇਟੀ ਦੇ ਅਧੀਨ ਬਣਾਏ ਗਏ ਸੀ? ਸਵਰਨ ਸਿੰਘ ਕਮੇਟੀ। ਕਦੋਂ ਬਣਾਏ ਗਏ ਸੀ? ਜਿਹੜਾ 42ਵਾਂ ਅਮੈਂਡਮੈਂਟ ਹੋਇਆ ਸੀ ਆਪਣਾ 1976 ਦੇ ਵਿੱਚ, ਉਦੋਂ ਬਣਾਏ ਗਏ ਸੀ ਇਹ ਆਪਣੇ ਫੰਡਾਮੈਂਟਲ ਡਿਊਟੀਜ਼। ਪਹਿਲਾਂ ਇਹ ਸੰਵਿਧਾਨ ਦੇ ਵਿੱਚ ਨਹੀਂ ਸੀ। ਇਸ ਵਿੱਚ 10 ਮੌਲਿਕ ਅਧਿਕਾਰ ਸ਼ਾਮਲ ਹਨ। ਠੀਕ ਹੈ, ਪਰ ਅੱਜ ਦੇ ਸਮੇਂ ਜਿਹੜਾ 86ਵਾਂ ਅਮੈਂਡਮੈਂਟ ਹੋਇਆ ਸੀ 2002 ਦੇ ਵਿੱਚ, ਉਹਦੇ ਵਿੱਚ ਇੱਕ ਹੋਰ ਆਰਟੀਕਲ ਜੋੜ ਕੇ ਇਹਨਾਂ ਦੀ ਸੰਖਿਆ ਕਿੰਨੀ ਕਰਤੀ? 11 ਕਰਤੀ। ਹੁਣ ਮੇਰੀ ਇੱਕ ਗੱਲ ਧਿਆਨ ਨਾਲ ਸੁਣਨੀ ਹੈ ਇੱਥੇ। ਉਹ ਗੱਲ ਕੀ ਹੈ? ਸਭ ਤੋਂ ਪਹਿਲਾਂ ਤਾਂ ਆਹ ਦੋ ਚੀਜ਼ਾਂ ਤੁਸੀਂ ਯਾਦ ਕਰ ਹੀ ਲੈਣੀਆਂ। ਇੱਕ, ਜਦੋਂ ਵੀ ਤੁਸੀਂ ਕੋਈ ਅਮੈਂਡਮੈਂਟ ਯਾਦ ਕਰਨਾ, ਕੋਈ ਵੀ ਤੁਸੀਂ ਅਮੈਂਡਮੈਂਟ ਯਾਦ ਕਰਨਾ, ਜਿਵੇਂ ਤੁਸੀਂ ਯਾਦ ਕਰਨਾ 42ਵਾਂ ਅਮੈਂਡਮੈਂਟ, ਤਾਂ ਨਾਲ ਆਹ ਡੇਟ ਭੁੱਲ ਕੇ ਵੀ ਨਹੀਂ ਛੱਡਣੀ। ਬਸ ਜੇ ਤੁਸੀਂ ਆਹ ਡੇਟ ਛੱਡਤੀ ਤਾਂ ਤੁਸੀਂ ਸਮਝ ਲਓ ਕਿ ਤੁਸੀਂ ਪ੍ਰਸ਼ਨ 1 ਨੰਬਰ ਦਾ ਕਮਾਤਾ ਉੱਥੇ। ਕਈ ਵਾਰੀ ਡਾਇਰੈਕਟ ਪ੍ਰਸ਼ਨ ਅਮੈਂਡਮੈਂਟ ਤੋਂ ਹੀ ਆ ਜਾਂਦਾ ਹੁੰਦਾ ਕਿ ਜਿਹੜੀ 42ਵੀਂ ਅਮੈਂਡਮੈਂਟ ਸੀ ਇਹ ਕਦੋਂ ਹੋਈ ਸੀ, ਜਾਂ ਜਿਹੜੀ 86ਵੀਂ ਅਮੈਂਡਮੈਂਟ ਸੀ ਇਹ ਕਦੋਂ ਹੋਈ ਸੀ। ਇੱਥੋਂ ਹੀ ਬੱਚੇ ਨੇ ਬਸ ਪ੍ਰਸ਼ਨ ਦੇ ਵਿੱਚ ਮਾਰ ਖਾ ਜਾਣੀ ਹੈ, ਬਸ ਉੱਥੇ ਹੀ ਰਗੜਿਆ ਗਿਆ ਬੰਦਾ। ਨਾਲ ਆਹ ਡੇਟ ਜ਼ਰੂਰ ਤੱਕ ਯਾਦ ਕਰ ਲਓ। ਸਿੱਧਾ ਪੁੱਛਣਗੇ 86ਵੀਂ ਅਮੈਂਡਮੈਂਟ ਕਦੋਂ ਹੋਈ ਸੀ? 2002 ਦੇ ਵਿੱਚ। ਜਾਂ ਪੁੱਛ ਸਕਦੇ 1976 ਦੇ ਵਿੱਚ ਕਿਹੜੀ ਅਮੈਂਡਮੈਂਟ ਹੋਈ ਸੀ। ਠੀਕ ਹੈ, ਤਾਂ ਦੋਨੇ ਚੀਜ਼ਾਂ ਯਾਦ ਕਰਕੇ ਰੱਖਿਓ। ਇੱਕ ਸਭ ਤੋਂ ਮੇਨ ਪੁਆਇੰਟ ਜਿਹਤੇ 101% ਹੀ ਪ੍ਰਸ਼ਨ ਬਣਨਾਗਾ ਕਿ ਮਿੰਨੀ ਕੌਂਸਟੀਟਿਊਸ਼ਨ ਮਤਲਬ ਛੋਟਾ ਸੰਵਿਧਾਨ ਜਾਂ ਮਿੰਨੀ ਸੰਵਿਧਾਨ ਕਿਹੜੇ ਅਮੈਂਡਮੈਂਟ ਨੂੰ ਕਿਹਾ ਜਾਂਦਾ ਗਾ? ਅਮੈਂਡਮੈਂਟ ਦਾ ਮਤਲਬ ਹੁੰਦਾ ਸੰਸ਼ੋਧਨ ਕਰਨਾ, ਕਿਸੇ ਦੇ ਵਿੱਚ ਕੋਈ ਤਬਦੀਲੀ ਕਰਨੀ। ਤਾਂ ਜਿਹੜਾ ਆਪਣਾ 42ਵਾਂ ਅਮੈਂਡਮੈਂਟ ਹੋਇਆ ਸੀ 1976 ਦੇ ਵਿੱਚ, ਇਹਨੂੰ ਹੀ ਮਿੰਨੀ ਕੌਂਸਟੀਟਿਊਸ਼ਨ ਕਿਹਾ ਜਾਂਦਾ ਭਾਈ। ਇਹ ਗੱਲ ਯਾਦ ਰੱਖਣੀ ਹੈ। ਮਿੰਨੀ ਕੌਂਸਟੀਟਿਊਸ਼ਨ ਇਹਨੂੰ ਕਿਉਂ ਕਿਹਾ ਜਾਂਦਾ? ਉਹ ਕਹਿਣ ਦਾ ਕਾਰਨ ਇਹ ਹੈ ਕਿਉਂਕਿ ਇਹਦੇ ਜਦੋਂ 42ਵਾਂ ਕੌਂਸਟੀਟਿਊਸ਼ਨ ਹੋਇਆ ਸੀ ਉਦੋਂ ਸੰਵਿਧਾਨ ਦੇ ਵਿੱਚ ਬਹੁਤ ਸਾਰੇ ਚੇਂਜ ਹੋਏ ਸੀ। ਇੰਨੇ ਕਿਸੇ ਵੀ ਅਮੈਂਡਮੈਂਟ 'ਤੇ ਚੇਂਜ ਨਹੀਂ ਹੋਏ ਜਿੰਨੇ ਕਿ 42ਵੇਂ ਅਮੈਂਡਮੈਂਟ 1976 ਦੇ ਵਿੱਚ ਚੇਂਜ ਹੋਏ ਸੀ। ਤਾਂ ਉਹ ਚੀਜ਼ ਨੂੰ ਲੈ ਕੇ ਤਾਂ ਸੰਵਿਧਾਨ ਦੇ ਵਿੱਚ ਐਡੀ ਤਬਦੀਲੀ ਆ ਗਈ ਸੀ, ਤਾਂ ਕਰਕੇ ਇਹਨੂੰ ਮਿੰਨੀ ਕੌਂਸਟੀਟਿਊਸ਼ਨ ਦਾ ਦਰਜਾ ਦਿੱਤਾ ਗਿਆ ਗਾ 42ਵੇਂ ਅਮੈਂਡਮੈਂਟ ਨੂੰ। ਹੁਣ ਪ੍ਰਸ਼ਨ ਕੀ ਮੰਨਣਾ? ਪੁੱਛਿਆ ਜਾ ਸਕਦਾ ਕਿ ਫੰਡਾਮੈਂਟਲ ਡਿਊਟੀਆਂ ਆਪਣੀਆਂ ਬਣੀਆਂ ਸੀ, ਸ਼ੁਰੂ ਦੇ ਵਿੱਚ ਬਣੀਆਂ ਸੀ, ਕਿਹੜੇ ਸੰਸ਼ੋਧਨ ਦੁਆਰਾ ਉਹ ਬਣੀਆਂ ਸੀ? 42ਵਾਂ ਅਮੈਂਡਮੈਂਟ 1976 ਦੇ ਅਨੁਸਾਰ ਆਪਣੇ ਸੰਵਿਧਾਨ ਦੇ ਵਿੱਚ ਫੰਡਾਮੈਂਟਲ ਡਿਊਟੀਆਂ ਜਿਹੜੀਆਂ ਚੌਥਾ ਪਾਰਟ ਹੈ, ਜਿਹੜਾ ਆਪਣਾ ਚੌਥਾ A ਪਾਰਟ ਹੈ, ਉਹਦੇ ਵਿੱਚ ਜੋੜੀਆਂ ਗਈਆਂ ਸੀ। ਉਹ ਬਣਾਈਆਂ ਗਈਆਂ ਸੀ 42ਵਾਂ ਅਮੈਂਡਮੈਂਟ 1976 ਦੇ ਵਿੱਚ। ਇੱਕ ਪ੍ਰਸ਼ਨ ਤਾਂ ਇਹ ਬਣਦਾ। ਦੂਸਰਾ ਪ੍ਰਸ਼ਨ, ਜਦੋਂ ਆਪਣੀਆਂ ਫੰਡਾਮੈਂਟਲ ਡਿਊਟੀਆਂ ਪਹਿਲੀ ਵਾਰ ਆਪਣੇ ਸੰਵਿਧਾਨ ਦੇ ਵਿੱਚ ਸ਼ਾਮਲ ਕੀਤੀਆਂ ਗਈਆਂ ਸਨ, ਉਦੋਂ ਉਹਦੇ ਵਿੱਚ ਕਿੰਨੇ ਫੰਡਾਮੈਂਟਲ ਜਾਂ ਮੌਲਿਕ ਕਰਤੱਵ ਸਨ? ਇਹਦੇ ਮੌਲਿਕ ਅਧਿਕਾਰ ਨਹੀਂ ਆਊਗਾ, ਕਿੰਨੇ ਉਹਦੇ ਵਿੱਚ ਮੌਲਿਕ ਕਰਤੱਵ ਸ਼ਾਮਲ ਸਨ? ਤਾਂ ਉਹ ਸਮੇਂ ਉਹਦੇ ਵਿੱਚ 10 ਮੌਲਿਕ ਕਰਤੱਵ ਸੀ। ਠੀਕ ਹੈ, ਪਰ ਪੁੱਛਿਆ ਜਾ ਸਕਦਾ ਕਿ ਅੱਜ ਦੇ ਟਾਈਮ ਦੇ ਵਿੱਚ ਜਿਹੜੀ ਆਪਣੀ ਫੰਡਾਮੈਂਟਲ ਡਿਊਟੀ ਹੈ ਇਹਦੇ ਵਿੱਚ ਕਿੰਨੇ ਆਰਟੀਕਲ ਹੈ? ਤਾਂ ਇਹਦੇ ਵਿੱਚ ਕਿੰਨੇ ਆਰਟੀਕਲ ਜੋੜਤੇ? 11 ਭਾਗ ਹੈ ਇਹਦੇ। ਆਰਟੀਕਲ ਨਹੀਂ ਕਹਿ ਸਕਦੇ, ਭਾਗ ਕਹਿ ਸਕਦੇ ਹਾਂ। ਠੀਕ ਹੈ, ਤਾਂ 11 ਭਾਗ ਹੈ ਜਾਂ 11 ਆਰਟੀਕਲ, ਕੁਛ ਵੀ ਕਹਿ ਲਓ। ਤਾਂ ਜਿਹੜਾ 11ਵਾਂ ਜੋੜਿਆ ਗਿਆ ਸੀ ਫੰਡਾਮੈਂਟਲ ਡਿਊਟੀਜ਼, ਜਿਹੜੀ 11ਵੀਂ ਫੰਡਾਮੈਂਟਲ ਡਿਊਟੀ ਜੋੜੀ ਗਈ ਸੀ, ਇਹ ਕਿਹੜੇ ਅਮੈਂਡਮੈਂਟ ਦੇ ਅਧੀਨ ਜੋੜੀ ਗਈ ਸੀ? 86ਵੇਂ ਅਮੈਂਡਮੈਂਟ ਦੇ। ਪੁੱਛਿਆ ਜਾਂਦਾ 86ਵੇਂ ਅਮੈਂਡਮੈਂਟ ਕਦੋਂ ਹੋਇਆ ਸੀ? 2002 ਦੇ ਵਿੱਚ। ਆਏ ਪ੍ਰਸ਼ਨ ਬਣਨਗੇ ਪੁੱਤਰੋ, ਇੱਥੇ ਹੀ ਤੁਰੇ ਫਿਰਨਗੇ, ਉਹ ਇੱਥੇ ਹੀ ਤੁਰੇ ਫਿਰਨਗੇ, ਬਸ ਤੁਹਾਨੂੰ ਉਲਝਾਉਣਾ ਹੁੰਦਾ ਇੱਕ ਤਰ੍ਹਾਂ ਨਾਲ ਅਗਲੇ ਨੇ।
ਆਹ ਤੁਹਾਨੂੰ ਦੱਸ ਹੀ ਦਿੱਤਾ ਕਿ ਜਿਹੜੇ ਮੌਲਿਕ ਕਰਤੱਵ ਆਪਣੇ ਫੰਡਾਮੈਂਟਲ ਡਿਊਟੀਆਂ ਇਹ 51A ਦੇ ਵਿੱਚ ਆ ਜਾਂਦੀਆਂ। ਇਹ ਕਿਹਤੋਂ ਲਿੱਤਾ ਗਿਆ ਹੈਗਾ, ਇਹ ਕਿਹੜੇ ਦੇਸ਼ ਤੋਂ ਲਿੱਤੇ ਗਿਆ, ਇਹ ਲਿੱਤੇ ਗਿਆ ਰੂਸ ਤੋਂ। ਅਤੇ ਰੂਸ ਨੂੰ ਹੀ ਰਸ਼ੀਆ ਕਹਿ ਦਿੰਦੇ ਆ। ਰਸ਼ੀਆ ਦੀ ਰਾਜਧਾਨੀ ਕੀ ਹੈ? ਮੋਸਕੋ। ਠੀਕ ਹੈ। ਅਤੇ ਸਭ ਤੋਂ ਵੱਡਾ ਖੇਤਰਫਲ ਦੇ ਤੌਰ 'ਤੇ ਜੇ ਆਪਾਂ ਦੇਖੀਏ ਉਹ ਵੀ ਰੂਸ ਹੈਗਾ ਪਹਿਲੇ ਨੰਬਰ 'ਤੇ। ਠੀਕ ਹੈ, ਇਹ ਗੱਲ ਯਾਦ ਰੱਖਣੀ। ਹਰੇਕ ਨਾਗਰਿਕ ਨੂੰ ਇਹ ਕਰਤੱਵ ਹੋਵੇਗਾ ਕਿ ਉਹ ਸੰਵਿਧਾਨ ਦੀ ਪਾਲਣਾ ਕਰੇ ਅਤੇ ਰਾਸ਼ਟਰੀ ਝੰਡੇ ਅਤੇ ਰਾਸ਼ਟਰੀ ਗੀਤ ਦਾ ਆਦਰ ਕਰੇ। ਠੀਕ ਹੈ, ਇਹਦੇ ਵਿੱਚ ਇਹੀ ਚੀਜ਼ਾਂ ਲਿਖੀਆਂ ਹੋਈਆਂ। ਠੀਕ ਹੈ, ਇਹ ਕੋਈ ਜਾਣਕਾਰੀ ਦੀ ਲੋੜ ਨਹੀਂ, ਜਿਹੜੀਆਂ ਤੁਹਾਨੂੰ ਚੀਜ਼ਾਂ ਮੈਨੂੰ ਪਹਿਲਾਂ ਸਮਝਾਤੀਆਂ ਬਸ ਉਹੀ ਯਾਦ ਕਰ ਲਓ। ਫੰਡਾਮੈਂਟਲ ਡਿਊਟੀ